ਆਸ਼ਾ ਕੀ ਵਾਰ ਦੀ 21ਵੀਂ ਪੌੜੀ ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ 2 ਸ਼ਲੋਕ ਤੇ ਉਹਨਾਂ ਤੋਂ ਪਹਿਲਾਂ ਕੀਰਤਨ ਦੀ ਮਰਿਆਦਾ ਧੰਨ ਗੁਰੂ ਰਾਮਦਾਸ ਸਾਹਿਬ ਦੇ ਪਾਵਨ ਬੋਲ ਬੜੇ ਸੋਹਣੇ ਤਰੀਕੇ ਦੇ ਨਾਲ ਉਚਾਰਨ ਕਰਨਾ ਕੀਰਤਨ ਦੇ ਰਾਹੀਂ। ਆਸਾ ਮਹਿਲਾ ਚੌਥਾ। ਜਿਨਾ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰਿ ਨਾਮ ਦ੍ਰਿੜਾਵੈ ਰਾਮ ਰਾਜੇ। ਤਿਸ ਕੀ ਤ੍ਰਿਸ਼ਨਾ ਭੁਖ ਸਭ ਉਤਰੈ, ਜੋ ਹਰਿ ਨਾਮ ਧਿਆਵੈ ਜਪੈ ਜੋ ਹਰਿ ਨਾਮ ਤਰਾਵੇ। ਇਹ ਬੋਲ ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਆਪ ਜੀ ਫਰਮਾਉਂਦੇ ਨੇ, ਜਿਨ੍ਹਾਂ ਦੇ ਜੀਵਨ ਵਿੱਚ ਗੁਰੂ ਦੀ ਪ੍ਰਾਪਤੀ ਹੋ ਗਈ, ਜਿਨ੍ਹਾਂ ਦਾ ਗੁਰੂ ਦੇ ਨਾਲ ਮਿਲਨ ਹੋ ਗਿਆ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ, ਤਿਨ ਹਰਿ ਨਾਮ ਦ੍ਰਿੜਾਵੈ ਰਾਮ ਰਾਜੇ। ਗੁਰੂ ਦੇ ਨਾਲ ਮਿਲਨ ਹੋਣਾ ਤੇ ਗੁਰੂ ਪ੍ਰਭੂ ਦਾ ਨਾਮ ਬਖਸ਼ਦਾ ਹੈ, ਨਾਮ ਬਖਸ਼ਦਾ ਹੈ। ਜਿਵੇਂ ਜਿਵੇਂ ਨਾਮ ਦੀ ਇਬਾਦਤ ਕੀਤੀ, ਜਿਵੇਂ ਜਿਵੇਂ ਨਾਮ ਦ੍ਰਿੜ ਹੋਇਆ, ਮਜ਼ਬੂਤ ਹੋਇਆ, ਤੇ ਮਨੁੱਖ ਦੀ ਸਾਰੀ ਭੁੱਖ ਮਿਟ ਗਈ, ਸਾਰੀ ਭੁੱਖ। ਸਾਹਿਬ ਜੀ ਕਹਿੰਦੇ ਨੇ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ, ਜੋ ਹਰਿ ਨਾਮ ਧਿਆਵੈ। ਜਿਹੜਾ ਮਨੁੱਖ ਹਰੀ ਦੀ ਬੰਦਗੀ ਕਰਦਾ ਹੈ, ਉਹਦੇ ਜੀਵਨ ਦੀ ਸਾਰੀ ਭੁੱਖ ਮਿਟ ਜਾਂਦੀ ਹੈ, ਮਿਟ ਜਾਂਦੀ ਹੈ। ਕਿਉਂਕਿ ਮਨੁੱਖ ਦੇ ਜੀਵਨ ਵਿੱਚ ਜਿਹੜੀ ਤ੍ਰਿਸ਼ਨਾ ਹੈ ਬਹੁਤ ਪ੍ਰਬਲ ਹੈ, ਬਹੁਤ ਪ੍ਰਬਲ ਹੈ। ਕਹਿੰਦੇ ਨੇ ਕਿ ਇਸ ਜਗਤ ਵਿੱਚ ਭਾਵੇਂ ਮਨੁੱਖ ਦੇ ਕੋਲ ਕਿਤਨੇ ਵੀ ਪਦਾਰਥ ਮੌਜੂਦ ਨੇ, ਕਿਤਨੇ ਵੀ ਪਦਾਰਥ, ਲੇਕਿਨ ਫਿਰ ਵੀ ਭੁੱਖ ਮੌਜੂਦ ਹੈ, ਮੌਜੂਦ ਹੈ। ਜਿਤਨੇ ਵੱਧ ਪਦਾਰਥ ਮੌਜੂਦ ਨੇ, ਭੁੱਖ ਉਤਨੀ ਹੀ ਪ੍ਰਬਲ ਹੈ, ਉਤਨੀ ਹੀ। ਤੇ ਪਿਆਸ ਵੱਧਦੀ ਜਾਂਦੀ ਹੈ, ਵੱਧਦੀ ਜਾਂਦੀ ਹੈ, ਤੇ ਪਿਆਸ ਕਦੇ ਮੁੱਕਦੀ ਨਹੀਂ, ਮਿਟਦੀ ਨਹੀਂ। ਔਰ ਧਾਰਮਿਕ ਗ੍ਰੰਥ ਕਹਿੰਦੇ ਨੇ ਕਿ ਮਨੁੱਖ ਦਾ ਜਿਹੜਾ ਦੂਜਾ ਜਨਮ ਹੈ, ਉਹ ਤ੍ਰਿਸ਼ਨਾ ਕਰਕੇ ਹੀ ਹੋਇਆ, ਵਾਸਨਾ ਕਰਕੇ, ਵਾਸਨਾ ਕਰਕੇ। ਹੋਰ ਚਾਹੀਦਾ ਸੀ ਤੇ ਉਸੇ ਦੀ ਚਿੰਤਾ ਵਿੱਚ ਉਹਦੀ ਮੌਤ ਹੋ ਗਈ, ਤਾਂ ਫਿਰ ਉਹੀ ਵਾਸਨਾ ਉਸ ਚੇਤਨਾ ਨੂੰ ਸੰਸਾਰ ਵਿੱਚ ਲੈ ਕੇ ਆਉਂਦੀ ਹੈ, ਸੰਸਾਰ ਦੇ ਵਿੱਚ। ਤੇ ਜਿਸ ਮਨੁੱਖ ਦੀ ਪਿਆਸ ਮਿਟ ਜਾਵੇ, ਤ੍ਰਿਸ਼ਨਾ ਮਿਟ ਜਾਵੇ, ਫਿਰ ਸੰਸਾਰ ਦੇ ਵਿੱਚ ਆਉਣ ਦਾ ਕੋਈ ਮਤਲਬ ਹੀ ਨਹੀਂ ਹੈ, ਕੋਈ ਮਕਸਦ ਹੀ ਨਹੀਂ ਹੈ। ਕਿਉਂਕਿ ਜਨਮ ਤੇ ਮਰਨ ਦਾ ਆਧਾਰ ਵਾਸਨਾ ਹੈ, ਵਾਸਨਾ ਹੈ। ਜਿਸ ਤੇ ਸਾਰੇ ਇਹ ਜੀਵ ਆਉਂਦਾ ਹੈ ਤੇ ਫਿਰ ਚਲਾ ਜਾਂਦਾ ਹੈ, ਫਿਰ ਆਉਂਦਾ ਹੈ, ਫਿਰ ਚਲਾ ਜਾਂਦਾ ਹੈ, ਤੇ ਆਧਾਰ ਵਾਸਨਾ ਹੈ, ਵਾਸਨਾ। ਸਾਹਿਬ ਜੀ ਕਹਿੰਦੇ ਨੇ, ਤਿਸ ਕੀ ਤ੍ਰਿਸ਼ਨਾ ਭੁਖ ਸਭ ਉਤਰੈ, ਜੋ ਹਰਿ ਨਾਮ ਧਿਆਵੈ। ਜੋ ਹਰਿ ਹਰਿ ਨਾਮ ਧਿਆਈਂਦੈ, ਤਿਨ ਜਮ ਨੇੜ ਨ ਆਵੈ। ਜਿਹੜਾ ਮਨੁੱਖ ਪ੍ਰਭੂ ਦੇ ਗੀਤ ਗਾਉਂਦਾ ਹੈ, ਉਹਨਾਂ ਦੇ ਜੀਵਨ ਵਿੱਚ ਜਮਦੂਤ ਨੇੜੇ ਨਹੀਂ ਆਉਂਦੇ, ਨੇੜੇ। ਸਾਹਿਬ ਜੀ ਕਹਿੰਦੇ ਨੇ ਕਿ ਜਿਤਨੇ ਵੀ ਵਿਕਾਰ ਨੇ, ਇਹ ਵੀ ਜਮਦੂਤ ਨੇ, ਜਿਤਨੇ ਵੀ ਵਿਕਾਰ ਨੇ, ਵਿਕਾਰ। ਕਿਉਂਕਿ ਵਿਕਾਰਾਂ ਕਰਕੇ ਹੀ ਮਨੁੱਖ ਪ੍ਰਭੂ ਪਾਸੋਂ ਟੁੱਟ ਗਿਆ, ਵਿਕਾਰਾਂ ਕਰਕੇ ਹੀ ਪ੍ਰਭੂ ਤੋਂ ਦੂਰ ਹੋ ਗਿਆ। ਤੇ ਪ੍ਰਭੂ ਤੋਂ ਦੂਰੀ ਦਾ ਭਾਵ ਹੈ ਫਿਰ ਜਨਮ ਲੈਣਾ, ਫਿਰ ਚਲੇ ਜਾਣਾ, ਤੇ ਜਮ ਦੇ ਵਸ ਵਿੱਚ ਪੈਣਾ, ਪ੍ਰਭੂ ਨੂੰ ਵਿਸਾਰ ਦੇਣਾ, ਜਮ ਦੇ ਵਸ ਪੈਣਾ, ਜਮ ਦੇ ਵਸ। ਸਾਹਿਬ ਜੀ ਕਹਿੰਦੇ ਨੇ, ਜਿਹੜਾ ਮਨੁੱਖ ਪ੍ਰਭੂ ਦੇ ਨਾਲ ਜੁੜ ਗਿਆ, ਤਿਨ ਜਮ ਨੇੜ ਨ ਆਵੈ। ਜੋ ਹਰਿ ਹਰਿ ਨਾਮ ਧਿਆਈਂਦੈ, ਤਿਨ ਜਮ ਨੇੜ ਨ ਆਵੈ। ਜਨ ਨਾਨਕ ਕਉ ਹਰਿ ਕਿਰਪਾ ਕਰ, ਨਿਤ ਜਪੈ ਹਰਿ ਨਾਮ ਤਰਾਵੇ।
ਸਾਹਿਬ ਜੀ ਕਹਿੰਦੇ ਨੇ ਕਿ ਮੈਨੂੰ ਨਾਮ ਦੀ ਦਾਤ ਬਖਸ਼ੋ, ਨਾਮ ਦੀ ਦਾਤ। ਕਿਉਂਕਿ ਪ੍ਰਭੂ ਦਾ ਨਾਮ ਐਸਾ ਹੈ, ਜਿਵੇਂ ਜਿਵੇਂ ਨਾਮ ਨੂੰ ਜਪਦੇ ਗਏ ਤਿਵੇਂ ਤਿਵੇਂ ਭਵ ਸਾਗਰ ਤੋਂ ਪਾਰ ਹੋ ਗਏ, ਭਵ ਸਾਗਰ ਤੋਂ। ਅਤੇ ਮੈਂ ਆਪ ਜੀ ਨੂੰ ਅਰਜ਼ ਕਰ ਦੇਵਾਂ, ਸੰਸਾਰ ਦੇ ਵਿੱਚ ਭੁੱਖ ਵੀ ਮਿਟ ਗਈ, ਜਿਹੜੀ ਤ੍ਰਿਸ਼ਨਾ ਦੀ ਭੁੱਖ ਸੀ, ਤ੍ਰਿਸ਼ਨਾ ਸੀ, ਉਹ ਵੀ ਮਿਟ ਗਈ, ਅਤੇ ਪ੍ਰਭੂ ਦਾ ਨਾਮ ਜਪਦਿਆਂ ਜਪਦਿਆਂ ਭਵ ਸਾਗਰ ਤੋਂ ਪਾਰ ਹੋ ਗਏ, ਪਾਰ ਹੋ ਗਏ। ਪਰ ਸਾਹਿਬ ਦਾ ਨਾਮ ਜਪਣਾ ਕਿਵੇਂ, ਇਹ ਬੋਲ ਦੇਖਣਾ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਸਲੋਕਾਂ ਦੇ ਵਿੱਚ। ਸਲੋਕ ਮਹਿਲਾ ਦੂਜਾ, ਇਹ ਕਿਨੇਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਢੀਐ ਸਦ ਹੀ ਰਹੇ ਸਮਾਏ। ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ, ਆਸ਼ਕ ਇਹ ਨਾ ਆਖੀਐ ਜੇ ਲੇਖੇ ਵਰਤੇ ਸੋਏ, ਲੇਖੇ ਵਰਤੈ ਸੋਏ। ਸਾਹਿਬ ਦੇ ਇਹ ਅਗੰਮੀ ਬੋਲ ਨੇ। ਸਾਹਿਬ ਜੀ ਕਹਿੰਦੇ ਨੇ ਕਿ ਮਨੁੱਖ ਹੰਕਾਰ ਕਰਦਾ ਹੈ, ਉਹਦਾ ਕੁਝ ਆਧਾਰ ਹੁੰਦਾ ਹੈ, ਆਧਾਰ। ਮਨੁੱਖ ਦੇ ਜੀਵਨ ਵਿੱਚ ਕ੍ਰੋਧ ਪੈਦਾ ਹੋਇਆ, ਉਹਦਾ ਕੋਈ ਕਾਰਨ ਸੀ, ਕਾਰਨ ਸੀ। ਲੋਭ ਪੈਦਾ ਹੋਇਆ, ਉਹਦਾ ਵੀ ਕਾਰਨ ਸੀ। ਜਿਤਨੇ ਵੀ ਵਿਕਾਰ ਨੇ ਉਹਨਾਂ ਦਾ ਆਧਾਰ ਹੁੰਦਾ ਹੈ, ਆਧਾਰ। ਕ੍ਰੋਧ ਕਿਉਂ ਪੈਦਾ ਹੋਇਆ? ਕਾਮਨਾ ਦੀ ਪੂਰਤੀ ਨਹੀਂ ਹੋਈ, ਕ੍ਰੋਧ ਆ ਗਿਆ। ਹੰਕਾਰ ਕਿਉਂ ਆਇਆ? ਮਨੁੱਖ ਚਾਹੁੰਦਾ ਹੈ ਕਿ ਸੰਸਾਰ ਦੇ ਵਿੱਚ ਮੇਰਾ ਹੁਕਮ ਚੱਲਦਾ ਰਹੇ, ਇਹ ਆਧਾਰ ਹੈ। ਇਸ ਕਰਕੇ ਮਨੁੱਖ ਦੇ ਜੀਵਨ ਵਿੱਚ ਹੰਕਾਰ ਪੈਦਾ ਹੋ ਗਿਆ, ਹੰਕਾਰ। ਸਾਹਿਬ ਨੇ ਅੱਜ ਐਸਾ ਸ਼ਬਦ ਲਿਆ ਹੈ ਜਿਸ ਨੂੰ ਕਹਿੰਦੇ ਨੇ ਆਸ਼ਕੀ। ਸਾਹਿਬ ਜੀ ਕਹਿੰਦੇ ਨੇ ਇਹ ਕਿਨੇਹੀ ਆਸ਼ਕੀ ਦੂਜੇ ਲੱਗੇ ਜਾਏ, ਦੂਜੇ। ਹੁਣ ਆਸ਼ਕੀ ਦਾ, ਪ੍ਰੇਮ ਦਾ ਆਧਾਰ ਕੀ ਹੈ? ਕੀ ਹੈ? ਪ੍ਰੇਮ ਕਿਉਂ ਕਰਕੇ ਹੋਇਆ? ਮੁਹੱਬਤ ਕਿਉਂ ਕਰਕੇ ਹੋਈ? ਕਿਉਂਕਿ ਅਰਜ ਨੂੰ ਸਮਝਣਾ ਕਿ ਜੇਕਰ ਹੁਸਨ ਹੈ ਤਾਂ ਆਸ਼ਕੀ ਹੈ, ਜੇਕਰ ਹੁਸਨ ਨਹੀਂ ਹੈ ਤਾਂ ਆਸ਼ਕੀ ਨਹੀਂ ਹੈ, ਨਹੀਂ ਹੈ। ਭਾਵੇਂ ਉਹ ਵੱਖਰੀ ਗੱਲ ਹੈ ਕਿ ਮਨੁੱਖ ਸਮਝ ਲੈਂਦਾ ਹੈ ਕਿ ਇਹਦੀ ਸੁੰਦਰਤਾ ਬੜੀ ਕਮਾਲ ਦੀ ਹੈ, ਮਨੁੱਖ ਮਹਿਸੂਸ ਕਰਦਾ ਹੈ, ਭਾਵੇਂ ਉਹ ਸੁੰਦਰਤਾ ਵੀ ਇੱਕ ਦਿਨ ਫਨਾ ਹੋ ਜਾਂਦੀ ਹੈ, ਮਿਟ ਜਾਂਦੀ ਹੈ। ਪਰ ਸਾਹਿਬ ਜੀ ਕਹਿੰਦੇ ਨੇ, ਤੇ ਸਿਆਣੇ ਵੀ ਕਹਿੰਦੇ ਨੇ, ਦਾਨਸਬੰਦ ਕਹਿੰਦੇ ਨੇ ਕਿ ਜੇਕਰ ਹੁਸਨ ਹੈ ਤਾਂ ਆਸ਼ਕੀ ਪੈਦਾ ਹੋਈ, ਪ੍ਰੇਮ ਪੈਦਾ ਹੋਇਆ। ਜੇਕਰ ਹੁਸਨ ਨਾ ਹੁੰਦਾ, ਆਸ਼ਕੀ ਪੈਦਾ ਨਾ ਹੁੰਦੀ। ਜੇਕਰ ਦੀਵਾਰ 'ਤੇ ਤਸਵੀਰ ਹੋਵੇ ਗੁਲਸ਼ਨ ਦੀ, ਬੁਲਬੁਲ ਤਰਾਨੇ ਨਹੀਂ ਗਾ ਸਕਦੀ, ਕਿਉਂਕਿ ਉਸ ਨੂੰ ਹਕੀਕਤ ਦਾ ਗੁਲਿਸਤਾਨ ਚਾਹੀਦਾ ਹੈ, ਹਕੀਕਤ ਦਾ ਬਗੀਚਾ ਚਾਹੀਦਾ ਹੈ। ਉਹ ਗੀਤ ਉੱਥੇ ਗਾਉਂਦੀ ਹੈ, ਉੱਥੇ ਗਾਉਂਦੀ ਹੈ। ਅਤੇ ਦੋ ਕਿਸਮ ਦੀ ਆਸ਼ਕੀ ਹੈ, ਇੱਕ ਹਕੀਕਤ ਹੈ, ਇੱਕ ਨੂੰ ਕਹਿੰਦੇ ਨੇ ਹਕੀਕਤ, ਅਤੇ ਦੂਜੇ ਨੂੰ ਕਹਿੰਦੇ ਨੇ ਕਿ ਇਹ ਮਨੁੱਖ ਆਸ਼ਿਕ। ਇਸ ਮਨੁੱਖ ਦੇ ਜੀਵਨ ਵਿੱਚ ਹਕੀਕੀ ਇਸ਼ਕ ਹੈ, ਅਤੇ ਕਹਿੰਦੇ ਨੇ ਐਸਾ ਮਨੁੱਖ ਕੁਦਰਤ ਨੂੰ ਅਤੇ ਕਾਦਰ ਨੂੰ, ਦੋਵੇਂ ਨੂੰ ਪ੍ਰੇਮ ਕਰਦਾ ਹੈ, ਦੋਵੇਂ ਨੂੰ। ਔਰ ਜਿਸ ਮਨੁੱਖ ਦੇ ਹਿਰਦੇ ਵਿੱਚ ਇਹ ਭਾਵਨਾ ਨਹੀਂ ਹੈ, ਐਸਾ ਮਨੁੱਖ ਕੁਦਰਤ ਨੂੰ ਪ੍ਰੇਮ ਕਰਦਾ ਹੈ ਸੁੰਦਰਤਾ ਕਰਕੇ, ਖੂਬਸੂਰਤੀ ਕਰਕੇ, ਪਰ ਉਹਦੇ ਹਿਰਦੇ ਵਿੱਚ ਪ੍ਰਭੂ ਦਾ ਪ੍ਰੇਮ ਨਹੀਂ ਹੈ, ਨਹੀਂ ਹੈ, ਨਹੀਂ ਹੈ। ਸਾਹਿਬ ਜੀ ਕਹਿੰਦੇ ਨੇ ਕਿ ਇਸ਼ਕ ਚਾਹੀਦਾ ਹੈ ਹਕੀਕੀ, ਜੋ ਪ੍ਰਭੂ ਤੱਕ ਲੈ ਜਾਵੇ, ਪ੍ਰਭੂ ਤੱਕ। ਪਾਤਸ਼ਾਹ ਜੀ ਕਹਿੰਦੇ ਨੇ ਇਹ ਕਿਨੇਹੀ ਆਸ਼ਕੀ ਦੂਜੇ ਲੱਗੇ ਜਾਏ। ਪ੍ਰੇਮ ਪ੍ਰਭੂ ਦੇ ਨਾਲ ਵੀ ਹੈ, ਅਤੇ ਸਿਆਣੇ ਕਹਿੰਦੇ ਨੇ ਪਰਮਾਤਮਾ ਵੀ ਸੁੰਦਰ ਹੈ, ਬਹੁਤ ਸੁੰਦਰ ਹੈ, ਬਹੁਤ ਖੂਬਸੂਰਤ ਹੈ ਪਰਮਾਤਮਾ ਵੀ। ਇਤਨਾ ਸੁੰਦਰ, ਇਤਨਾ ਸੁੰਦਰ ਕਿ ਜਿਸ ਨੇ ਇਤਨੀ ਸੁੰਦਰ ਕੁਦਰਤ ਬਣਾਈ, ਉਹ ਆਪ ਕਿਤਨਾ ਸੁੰਦਰ ਹੋਵੇਗਾ, ਕਿਤਨਾ ਸੁੰਦਰ ਹੋਵੇਗਾ। ਜਿਸ ਨੇ ਜਗਤ ਨੂੰ ਖੂਬਸੂਰਤੀ ਬਖਸ਼ੀ ਹੈ, ਉਹ ਆਪ ਕਿਤਨਾ ਸੁੰਦਰ ਹੋਵੇਗਾ, ਕਿਤਨਾ ਸੁੰਦਰ। ਅਤੇ ਉਸ ਨੂੰ ਵੇਖ ਕੇ ਮਨ ਦੇ ਵਿੱਚ ਪ੍ਰੇਮ ਪੈਦਾ ਹੋਇਆ, ਇਸ਼ਕ ਪੈਦਾ ਹੋਇਆ। ਔਰ ਸ਼ੇਖ ਫਰੀਦ ਜੀ ਕਹਿੰਦੇ ਨੇ ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੈ, ਵਿਸਰਿਆ ਜਿਨ ਨਾਮ ਤੇ ਭੋਏ ਭਾਰਤੀ ਹੈ, ਭਾਰਤੀ ਹੈ। ਜਿਹੜੇ ਮਨੁੱਖ ਪ੍ਰਭੂ ਦੇ ਇਸ਼ਕ ਵਿੱਚ ਰੰਗੇ ਗਏ ਨੇ, ਰਤੇ ਇਸ਼ਕ ਖੁਦਾਏ ਰੰਗ ਦੀਦਾਰ ਕੈ,
ਰੰਗ ਦੀਦਾਰ ਕੇ। ਹੁਣ ਇੱਥੇ ਸਾਹਿਬ ਜੀ ਕੀ ਕਹਿੰਦੇ ਨੇ, ਇਹ ਕਿਨਹੀ ਆਸ਼ਕੀ ਦੂਜੇ ਲੱਗੇ ਜਾਏ। ਸਾਹਿਬ ਜੀ ਕਹਿੰਦੇ ਨੇ ਆਸ਼ਕੀ ਇਸ ਨੂੰ ਨਹੀਂ ਕਹਿੰਦੇ ਕਿ ਦੋ ਤਰਫਾ ਪਿਆਰ ਹੋਵੇ, ਇੱਕ ਉਸ ਪਾਸੇ ਵੀ ਤੇ ਉਸ ਪਾਸੇ ਵੀ। ਇਸ ਨੂੰ ਪ੍ਰੇਮ ਨਹੀਂ ਕਹਿੰਦੇ, ਪ੍ਰੇਮ ਨਹੀਂ ਕਹਿੰਦੇ। ਪ੍ਰੇਮ ਕਿਸ ਨੂੰ ਕਹਿੰਦੇ ਨੇ? ਸਾਹਿਬ ਜੀ ਕਹਿੰਦੇ ਨੇ ਕਿ ਇੱਕ ਮਨੁੱਖ ਪ੍ਰੇਮ ਕਰਦਾ ਹੈ ਪਦਾਰਥਾਂ ਨੂੰ ਵੀ ਤੇ ਪਰਮਾਤਮਾ ਨੂੰ ਵੀ। ਇਹ ਦੋ ਤਰਫਾ ਪਿਆਰ ਹੋ ਗਿਆ। ਇੱਕ ਪਾਸੇ ਪ੍ਰੇਮ ਕੀਤਾ ਧਨ ਨੂੰ, ਫਿਰ ਪ੍ਰੇਮ ਕੀਤਾ ਧਰਮ ਨੂੰ। ਸਾਹਿਬ ਜੀ ਕਹਿੰਦੇ ਨੇ ਤੇਰਾ ਪ੍ਰੇਮ ਵੰਡਿਆ ਗਿਆ। ਸਾਹਿਬ ਜੀ ਨੂੰ ਕਹਿਣਾ ਪਿਆ, ਇਹ ਕਿਨਹੀ ਆਸ਼ਕੀ ਦੂਜੇ ਲੱਗੇ ਜਾਏ। ਇਹ ਆਸ਼ਕੀ ਕੈਸੀ ਹੈ ਕਿ ਇਸ ਪਾਸੇ ਵੀ ਪ੍ਰੇਮ ਹੈ ਤੇ ਉਸ ਪਾਸੇ ਵੀ ਪ੍ਰੇਮ ਹੈ, ਤੇ ਉਧਰ ਵੀ ਅਧੂਰਾ ਇੱਧਰ ਵੀ ਅਧੂਰਾ ਅਧੂਰਾ। ਫਿਰ ਪ੍ਰੇਮ ਕੈਸਾ ਚਾਹੀਦਾ ਹੈ? ਸਾਹਿਬ ਜੀ ਕਹਿੰਦੇ ਨੇ ਇੱਕ ਦੇ ਨਾਲ। ਇਹ ਕਿਨਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਂਢੀ ਹੈ ਜੇ ਸਦ ਹੀ ਰਹੇ ਸਮਾਏ। ਸਦ ਹੀ ਰਹੇ ਸਮਾਏ, ਉਹਦੇ ਵਿੱਚ ਹੀ ਸਮਾ ਗਿਆ, ਉਹਦੇ ਵਿੱਚ ਹੀ। ਤੇ ਜਦੋਂ ਉਹਦੇ ਵਿੱਚ ਸਮਾ ਗਿਆ, ਉਹ ਮਨੁੱਖ ਕੀ ਕਹਿੰਦਾ ਹੈ? ਤੇਰੇ ਤੋਂ ਸਿਵਾਏ ਮੇਰਾ ਕੋਈ ਸਹਾਰਾ ਨਹੀਂ ਹੈ, ਤੇਰੇ ਤੋਂ ਸਿਵਾਏ ਮੇਰਾ ਕੋਈ ਆਸਰਾ ਨਹੀਂ। ਜਿਵੇਂ ਧੰਨ ਗੁਰੂ ਨਾਨਕ ਸਾਹਿਬ ਦੇ ਜੀਵਨ ਦੀ ਇਹ ਕਥਾ, ਤੇ ਆਪ ਜੀ ਦੇ ਬੋਲ ਵੀ ਵੈਸੇ ਹੀ ਨੇ ਤੇ ਆਪ ਜੀ ਦਾ ਇਤਿਹਾਸ ਵੀ ਵੈਸਾ ਹੀ ਹੈ, ਵੈਸਾ ਹੀ। ਕਹਿੰਦੇ ਨੇ ਕਿ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਆਪ ਜੀ ਸਾਰੇ ਦੇ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਓ। ਕਰਤਾਰਪੁਰ ਦੀ ਧਰਤੀ 'ਤੇ ਸਾਰੇ ਦੇ ਸਾਰੇ ਆਪਣੇ ਘਰ ਚਲੇ ਗਏ। ਜਦੋਂ ਵਾਰੀ ਆਉਂਦੀ ਹੈ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਜੋ ਪਹਿਲਾਂ ਭਾਈ ਲਹਿਣੇ ਦੇ ਰੂਪ ਵਿੱਚ ਨੇ, ਤੇ ਆਪ ਜੀ ਨੂੰ ਵੀ ਸਾਹਿਬ ਜੀ ਕਹਿੰਦੇ ਨੇ ਤੁਸੀਂ ਵੀ ਚਲੇ ਜਾਓ। ਤੇ ਭਾਈ ਲਹਿਣਾ ਜੀ ਕੀ ਕਹਿੰਦੇ ਨੇ, ਮਹਾਰਾਜ ਜਿਨ੍ਹਾਂ ਦਾ ਘਰ ਆਪ ਜੀ ਦੀ ਸ਼ਰਨ ਵਿੱਚ ਹੋਵੇ, ਉਹ ਆਪ ਜੀ ਦੇ ਚਰਨ ਛੱਡ ਕੇ ਫਿਰ ਕਿੱਥੇ ਜਾਏਗਾ? ਇਹੀ ਮੇਰਾ ਘਰ ਹੈ, ਇਹੀ ਮੇਰੀ ਓਟ ਹੈ, ਇਹੀ ਮੇਰਾ ਠਿਕਾਣਾ ਹੈ, ਇਹੀ ਠਿਕਾਣਾ ਹੈ। ਸਾਹਿਬ ਜੀ ਕਹਿੰਦੇ ਨੇ ਜੇਕਰ ਇਹੀ ਤੇਰਾ ਘਰ ਹੈ ਤੇ ਫਿਰ ਆ ਮੇਰੇ ਕਰੀਬ ਆ। ਫਿਰ ਆਪਣੇ ਸਰੀਰ ਦੇ ਨਾਲ ਜੋੜ ਕੇ, ਅੰਗ ਦੇ ਨਾਲ ਜੋੜ ਕੇ ਅੰਗਦ ਦੇਵ ਬਣਾ ਦਿੰਦੇ ਨੇ, ਅੰਗਦ ਦੇਵ। ਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਦੇ ਜਿਹੜੇ ਅਗੰਮੀ ਬੋਲ ਨੇ, ਸਾਹਿਬ ਜੀ ਕਹਿੰਦੇ ਨੇ ਮੈਂ ਵੀ ਪ੍ਰੇਮ ਕੀਤਾ ਇੱਕ ਦੇ ਨਾਲ, ਧੰਨ ਗੁਰੂ ਨਾਨਕ ਸਾਹਿਬ ਦੇ ਨਾਲ, ਇੱਕ ਦੇ ਨਾਲ। ਆਸ਼ਕ ਇਹ ਨਾ ਆਖੀ ਹੈ, ਆਸ਼ਕ ਉਸ ਨੂੰ ਨਹੀਂ ਕਹਿੰਦੇ ਜੋ ਪ੍ਰਭੂ ਨੂੰ ਛੱਡ ਕੇ ਕਿਤੇ ਹੋਰ ਪਾਸੇ ਵੀ ਭਟਕਦਾ ਫਿਰਦਾ ਹੈ। ਇਹ ਕਿਨਹੀ ਆਸ਼ਕੀ ਦੂਜੇ ਲੱਗੇ ਜਾਏ। ਸਾਹਿਬ ਜੀ ਕਹਿੰਦੇ ਨੇ ਆਸ਼ਕ ਉਹ ਹੈ ਜੋ ਸਦ ਹੀ ਰਹੇ ਸਮਾਏ, ਸਦ ਹੀ ਹਰ ਵੇਲੇ ਪ੍ਰਭੂ ਦੇ ਪ੍ਰੇਮ ਵਿੱਚ ਹੈ, ਹਰ ਵੇਲੇ। ਜਿਹੜਾ ਮਨੁੱਖ ਪ੍ਰਭੂ ਦੇ ਪ੍ਰੇਮ ਵਿੱਚ ਹੈ, ਉਹ ਹਰ ਗੱਲ ਕਬੂਲ ਕਰ ਲੈਂਦਾ ਹੈ, ਹਰ ਗੱਲ। ਪਰ ਜਿਸ ਮਨੁੱਖ ਦਾ ਪ੍ਰੇਮ ਨਹੀਂ ਹੈ, ਉਹ ਕੀ ਕਹਿੰਦਾ ਹੈ? ਚੰਗੇ ਚੰਗਾ ਕਰਮ ਨੇ, ਮੰਦੇ ਮੰਦਾ ਹੋਏ। ਆਸ਼ਕ ਇਹ ਨਾ ਆਖੀ ਹੈ ਜੇ ਲੇਖੇ ਵਰਤੇ ਸੋਏ। ਇਹ ਸਾਹਿਬ ਦੇ ਬੋਲ ਨੇ। ਜੇਕਰ ਪ੍ਰਭੂ ਦੇ ਨਾਲ ਪ੍ਰੇਮ ਹੈ, ਐਸਾ ਮਨੁੱਖ ਪ੍ਰਭੂ ਨੂੰ ਕਹਿੰਦਾ ਹੈ ਤੇਰੀ ਹਰ ਇੱਕ ਗੱਲ ਮੈਨੂੰ ਕਬੂਲ ਹੈ, ਹਰ ਇੱਕ ਗੱਲ ਮੈਨੂੰ ਪ੍ਰਵਾਨ ਹੈ, ਹਰ ਇੱਕ ਗੱਲ। ਪਰ ਜਿਸ ਦਾ ਪ੍ਰੇਮ ਨਹੀਂ ਹੈ, ਉਹ ਕੀ ਕਹਿੰਦਾ ਹੈ? ਜੇਕਰ ਕੋਈ ਚੰਗੀ ਗੱਲ ਸਾਹਮਣੇ ਆ ਗਈ, ਕਹਿੰਦਾ ਹੈ ਬਹੁਤ ਚੰਗਾ ਕੀਤਾ। ਜੇਕਰ ਕੋਈ ਮਾੜੀ ਗੱਲ ਸਾਹਮਣੇ ਆ ਗਈ, ਫਿਰ ਕਹਿੰਦਾ ਇਹ ਮਾੜਾ ਹੋਇਆ। ਚੰਗੇ ਚੰਗਾ ਕਰਮ ਨੇ, ਮੰਦੇ ਮੰਦਾ ਹੋਏ। ਜੇ ਚੰਗੀ ਗੱਲ ਹੈ, ਜੇ ਜੀਵਨ ਵਿੱਚ ਸੁੱਖ ਮਿਲ ਗਏ, ਕਹਿੰਦਾ ਹੈ ਬਹੁਤ ਚੰਗਾ ਹੋਇਆ। ਜੇ ਜੀਵਨ ਵਿੱਚ ਦੁੱਖ ਆ ਗਿਆ, ਮਨੁੱਖ ਕਹਿੰਦਾ ਦੁੱਖ ਆ ਗਏ ਨੇ, ਮਾੜੀ ਗੱਲ ਹੈ। ਸਾਹਿਬ ਜੀ ਕਹਿੰਦੇ ਨੇ ਫਿਰ ਇਹ ਪ੍ਰੇਮ ਕਿੱਥੇ ਹੋਇਆ ਤੇਰਾ? ਕਿੱਥੇ ਹੋਇਆ? ਪ੍ਰੇਮ ਤਾਂ ਉਹ ਹੈ ਜਿਹੜਾ ਸਮਰਪਿਤ ਹੈ। ਪ੍ਰੇਮ ਤਾਂ ਉਸ ਨੂੰ ਕਹਿੰਦੇ ਨੇ ਜੇ ਸੁਖ ਦੇਹੇ ਤਾਂ ਤੁਝੇ ਆਰਾਧੀ, ਦੁੱਖ ਵੀ ਤੁਝੇ ਧਿਆਈ। ਇਸ ਨੂੰ ਪ੍ਰੇਮ ਕਹਿੰਦੇ ਨੇ। ਇਸ ਨੂੰ ਕਹਿੰਦੇ ਨੇ ਕਿ ਜਦੋਂ ਮਨੁੱਖ ਕਿਸੇ ਦੇ ਨਾਲ ਪ੍ਰੇਮ ਕਰਦਾ ਹੈ ਤੇ ਉਹਦੇ ਗੁਣ ਦਿਸਦੇ ਨੇ, ਔਗੁਣ ਨਹੀਂ ਦਿਸਦੇ। ਉਹਦੇ ਗੁਣ ਦਿਸਦੇ ਨੇ, ਗੁਣ ਭਾਵੇਂ ਉਹਦੇ ਵਿੱਚ ਔਗੁਣ ਵੀ ਹੋਣ, ਪਰ ਦਿਸਦੇ ਨਹੀਂ, ਕਿਉਂਕਿ ਪ੍ਰੇਮ ਹੈ ਉਹਦੇ ਨਾਲ, ਪ੍ਰੇਮ ਹੈ। ਔਰ ਉਹੀ ਮਨੁੱਖ ਜਦੋਂ ਦੁਸ਼ਮਣ ਬਣ ਜਾਵੇ,
ਤਾਂ ਜਿਹੜੇ ਪਹਿਲਾਂ ਗੁਣ ਦਿਸਦੇ ਸੀ ਖਤਮ ਹੋ ਗਏ, ਹੁਣ ਉਹਦੇ ਵਿੱਚ ਹੀ ਔਗੁਣ ਪਈ ਦਿਸਦੇ ਨੇ, ਔਗੁਣ ਦਿਸਦੇ ਨੇ, ਕਿਉਂਕਿ ਪ੍ਰੇਮ ਖਤਮ ਹੋ ਗਿਆ, ਖਤਮ ਹੋ ਗਿਆ। ਸਾਹਿਬ ਜੀ ਕਹਿੰਦੇ ਨੇ, ਇਹ ਕਿਨੇਹੀ ਆਸ਼ਕੀ ਦੂਜੇ ਲੱਗੇ ਜਾਏ, ਨਾਨਕ ਆਸ਼ਕ ਕਾਢੀਐ ਸਦ ਹੀ ਰਹੇ ਸਮਾਏ, ਚੰਗੇ ਚੰਗਾ ਕਰਮ ਨੇ ਮੰਦੇ ਮੰਦਾ ਹੋਏ, ਆਸ਼ਕ ਇਹ ਨ ਆਖੀਐ ਜੇ ਲੇਖੇ ਵਰਤੇ ਸੋਏ। ਇਸ ਨੂੰ ਪ੍ਰੇਮੀ ਨਹੀਂ ਕਹਿੰਦੇ। ਜਿਹੜਾ ਪ੍ਰਭੂ ਨੂੰ ਕਹਿੰਦਾ ਹੈ ਕਿ ਅੱਜ ਦਾ ਦਿਨ ਤਾਂ ਬਹੁਤ ਕਮਾਲ ਦਾ ਸੀ ਤੇ ਕੱਲ੍ਹ ਦਾ ਦਿਨ ਮਾੜਾ ਸੀ, ਕਹਿੰਦੇ ਨੇ ਇਹ ਪ੍ਰੇਮੀ ਨਹੀਂ ਹੈ, ਪ੍ਰੇਮੀ ਨਹੀਂ ਹੈ। ਪ੍ਰੇਮੀ ਤਾਂ ਉਹ ਹੈ ਜਿਹੜਾ ਕਵੇ, ਹੇ ਪ੍ਰਭੂ ਜੇਕਰ ਕੱਲ੍ਹ ਮੇਰੇ ਜੀਵਨ ਵਿੱਚ ਦੁੱਖ ਆ ਗਏ ਤਾਂ ਉਹਦੇ ਵਿੱਚ ਮੇਰਾ ਭਲਾ ਹੈ, ਭਲਾ ਹੈ। ਸਿਆਣੇ ਕਹਿੰਦੇ ਨੇ ਕਿ ਪ੍ਰਭੂ ਕਦੇ ਵੀ ਆਪਣੇ ਭਗਤਾਂ ਨੂੰ ਦੁੱਖ ਨਹੀਂ ਦਿੰਦਾ, ਕਦੇ ਵੀ। ਜਿਵੇਂ ਮਾਂ ਕਦੇ ਵੀ ਆਪਣੇ ਬੱਚੇ ਨੂੰ ਦੁੱਖ ਨਹੀਂ ਦਿੰਦੀ, ਪਰ ਬੱਚਾ ਸਮਝ ਲੈਂਦਾ ਹੈ, ਸਮਝ ਲੈਂਦਾ ਹੈ। ਕੀ ਸਮਝਦਾ ਹੈ? ਬੱਚਾ ਕਹਿੰਦਾ ਹੈ ਕਿ ਸਾਹਮਣੇ ਜੋ ਕੁਝ ਮੈਨੂੰ ਦਿਸ ਰਿਹਾ ਹੈ, ਹੁਣ ਦੀ ਅੱਗ ਹੈ, ਬੱਚਾ ਸਮਝ ਲੈਂਦਾ ਹੈ ਖਿਲੌਣਾ ਹੈ, ਖਿਲੌਣਾ ਹੈ। ਬੱਚਾ ਭੱਜਦਾ ਹੈ, ਮਾਂ ਰੋਕਦੀ ਹੈ ਤੇ ਬੱਚਾ ਸਮਝਦਾ ਹੈ ਮਾਂ ਦੁਸ਼ਮਣ ਹੈ। ਕਿਉਂ ਰੋਕਦੀ ਹੈ, ਕਿਉਂ ਰੋਕਦੀ ਹੈ? ਪਰ ਉਹ ਮਾਂ ਨੂੰ ਖਬਰ ਹੈ ਕਿ ਮੇਰੇ ਰੋਕਣ ਦਾ ਮਕਸਦ ਹੈ ਬੱਚੇ ਨੂੰ ਇਸ ਦੁੱਖ ਤੋਂ ਬਚਾਉਣਾ, ਅੱਗ ਤੋਂ ਬਚਾਉਣਾ ਹੈ। ਤੇ ਉਸੇ ਤਰ੍ਹਾਂ ਦੀ ਖੇਡ ਹੈ। ਸਾਹਿਬ ਜੀ ਕਹਿੰਦੇ ਨੇ, ਜੇ ਜੀਵਨ ਵਿੱਚ ਦੁੱਖ ਆ ਗਏ ਤੇ ਕੋਈ ਖੇਡ ਹੋਵੇਗੀ, ਪ੍ਰਭੂ ਨੇ ਬਚਾਉਣਾ ਹੈ, ਬਚਾਉਣਾ ਹੈ। ਪਰ ਉਹ ਦੁੱਖ ਦਿੰਦਾ ਨਹੀਂ, ਉਸ ਨੂੰ ਅਸੀਂ ਦੁੱਖ ਸਮਝ ਲੈਂਦੇ ਹਾਂ, ਪਰ ਦੁੱਖ ਹੁੰਦਾ ਨਹੀਂ, ਹੁੰਦਾ ਨਹੀਂ। ਸਾਹਿਬ ਜੀ ਕਹਿੰਦੇ ਨੇ, ਆਸ਼ਕ ਇਹ ਨਾ ਆਖੀ ਹੈ, ਪ੍ਰੇਮੀ ਉਸ ਨੂੰ ਨਹੀਂ ਕਹਿੰਦੇ ਜਿਹੜਾ ਕਦੇ ਤਾਂ ਕਹਿ ਦਿੰਦਾ ਹੈ ਤੇਰਾ ਬਹੁਤ ਧੰਨਵਾਦ, ਤੇ ਕਦੇ ਕਹਿ ਦਿੰਦਾ ਹੈ ਕਿ ਅੱਜ ਮਹਾਰਾਜ ਐਸੀ ਖੇਡ ਕਿਉਂ ਖੇਡੀ ਹੈ, ਕਿਉਂ ਖੇਡੀ। ਉਸ ਨੂੰ ਨਹੀਂ ਕਹਿੰਦੇ ਪ੍ਰੇਮੀ। ਪ੍ਰੇਮੀ ਕੈਸਾ ਹੋਵੇ? ਸਾਹਿਬ ਜੀ ਅੱਗਾਂ ਚੱਲ ਕੇ ਕਹਿੰਦੇ ਨੇ, ਮਹਿਲਾ ਦੂਜਾ, ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਗੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਜੀ ਕਹਿੰਦੇ ਨੇ, ਤੂੰ ਸਲਾਮ ਵੀ ਕੀਤਾ ਤੇ ਸਲਾਮ ਕਰਨ ਤੋਂ ਬਾਅਦ ਫਿਰ ਸਿੱਧਾ ਵੀ ਹੋ ਗਿਆ, ਅਕੜ ਵੀ ਗਿਆ। ਇਹ ਕਿਉਂ ਹੋਇਆ, ਇਹ ਕਿਉਂ ਹੋਇਆ? ਤਰਕ ਵਿਤਰਕ ਵੀ ਸ਼ੁਰੂ ਹੋ ਗਏ। ਸਾਹਿਬ ਜੀ ਕਹਿੰਦੇ ਨੇ, ਤੇਰਾ ਸਲਾਮ ਵੀ ਝੂਠਾ ਤੇ ਤਰਕ ਵਿਤਰਕ ਵੀ ਝੂਠਾ, ਦੋਵੇਂ ਝੂਠੇ ਨੇ, ਦੋਵੇਂ ਝੂਠੇ ਨੇ। ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਗੁੱਥਾ ਜਾਏ। ਕਹਿੰਦੇ ਨੇ ਐਸਾ ਮਨੁੱਖ ਮੂਲ ਤੋਂ ਹੀ ਆਪਣੇ ਆਪ ਨੂੰ ਤਬਾਹ ਕਰ ਦਿੰਦਾ ਹੈ। ਜਿਹੜਾ ਸਲਾਮ ਵੀ ਕਰਦਾ ਹੈ ਤੇ ਜਵਾਬ ਵੀ ਕਰਦਾ ਹੈ, ਤਰਕ ਵਿਤਰਕ ਵੀ ਕਰਦਾ ਹੈ, ਤਰਕ ਵਿਤਰਕ। ਤੇਰਾ ਸਲਾਮ ਵੀ ਝੂਠਾ ਤੇ ਤੇਰੀ ਨਮਸਕਾਰ ਵੀ ਝੂਠੀ ਤੇ ਤਰਕ ਵਿਤਰਕ ਵੀ ਝੂਠਾ ਹੈ, ਝੂਠਾ ਹੈ, ਝੂਠਾ ਹੈ। ਸਾਹਿਬ ਜੀ ਕਹਿੰਦੇ ਨੇ, ਨਾਨਕ ਦੋਵੇਂ ਕੂੜੀਆਂ ਥਾਏ ਨਕਾਈ ਪਾਏ। ਕਹਿੰਦੇ ਨੇ ਐਸੇ ਮਨੁੱਖ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ, ਕਿਤੇ ਵੀ, ਨਾ ਇੱਥੇ ਨਾ ਪ੍ਰਭੂ ਦੇ ਦਰ 'ਤੇ, ਕਿਉਂਕਿ ਇਹਦਾ ਸਲਾਮ ਵੀ ਅਧੂਰਾ ਤੇ ਜਵਾਬ ਵੀ ਅਧੂਰਾ। ਇਸ ਨੂੰ ਪ੍ਰੇਮੀ ਨਹੀਂ ਕਹਿੰਦੇ, ਪ੍ਰੇਮੀ ਨਹੀਂ ਕਹਿੰਦੇ। ਮੈਂ ਫਿਰ ਅਰਜ਼ ਕਰਾਂ, ਜਿਸ ਦੇ ਨਾਲ ਪ੍ਰੇਮ ਹੁੰਦਾ ਹੈ ਉਸ ਦੇ ਵਿੱਚ ਕਦੇ ਔਗੁਣ ਨਹੀਂ ਕੱਢਦੇ। ਜਿਹਦੇ ਨਾਲ ਮੁਹੱਬਤ ਹੈ, ਪ੍ਰੇਮ ਹੈ, ਪ੍ਰੇਮ ਹੈ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਨੇ, ਮੇਰਾ ਪ੍ਰੇਮ ਹੈ ਪ੍ਰਭੂ ਦੇ ਨਾਲ, ਉਹਦਾ ਹਰ ਇੱਕ ਹੁਕਮ ਮੈਂ ਪ੍ਰਵਾਨ ਕਰਨਾ ਹੈ, ਹਰ ਇੱਕ ਹੁਕਮ। ਮੈਂ ਇੱਕ ਹੋਰ ਗੱਲ ਅਰਜ਼ ਕਰ ਦੇਵਾਂ। ਇਤਿਹਾਸ ਆਪ ਜੀ ਜਾਣਦੇ ਹੋ, ਕਰਤਾਰਪੁਰ ਦੀ ਧਰਤੀ 'ਤੇ ਧੰਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬਾਬਾ ਸ਼੍ਰੀ ਚੰਦ ਨੂੰ ਕਿ ਸੰਗਤ ਬਹੁਤ ਹੈ, ਬਹੁਤ ਹੈ, ਤੇ ਇਹਨਾਂ ਨੂੰ ਭੋਜਨ ਵੀ ਛਕਾਉਣਾ ਹੈ, ਤੇ ਆਪ ਜੀ ਦਰਖਤ 'ਤੇ ਚੜ੍ਹ ਜਾਓ ਤੇ ਇਹਨਾਂ ਨੂੰ ਮਿਠਾਈਆਂ ਛਕਾਉਣੀਆਂ ਨੇ। ਤੇ ਇਤਿਹਾਸ ਕਹਿੰਦਾ ਹੈ ਕਿ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ, ਇਹ ਕਿਵੇਂ ਹੋ ਸਕਦਾ ਹੈ, ਇਹ ਕਿਵੇਂ? ਫਿਰ ਵਾਰੀ ਆਉਂਦੀ ਹੈ ਲਖਮੀ ਦਾਸ ਦੀ, ਤੇ ਉਹ ਵੀ ਕਹਿੰਦੇ ਨੇ ਇਹ ਕਿਵੇਂ ਹੋ ਸਕਦਾ ਹੈ, ਕਿਵੇਂ? ਜਦੋਂ ਭਾਈ ਲੈਣੇ ਦੀ ਵਾਰੀ ਆਉਂਦੀ ਹੈ ਤੇ ਉਹ 7 ਬਚਨ ਕਹਿੰਦੇ ਨੇ, 7 ਬਚਨ। ਤੇ ਉੱਥੇ ਬਾਬਾ ਸ਼੍ਰੀ ਚੰਦ ਜੀ ਕਹਿੰਦੇ ਨੇ, ਭਾਈ ਲੈਣਾ ਜੀ ਤੂੰ ਖੁਦ ਵੀ ਸੋਚ, ਦਰਖਤ ਤੋਂ ਮਠਿਆਈਆਂ ਕਿਵੇਂ ਡਿੱਗਣਗੀਆਂ, ਕਿਵੇਂ? ਤੇ ਭਾਈ ਲੈਣਾ ਜੀ ਕੀ ਕਹਿੰਦੇ ਨੇ? ਕਹਿੰਦੇ ਨੇ ਉਹਦਾ ਮੈਨੂੰ ਪਤਾ ਨਹੀਂ, ਮੈਂ ਤਾਂ ਸਿਰਫ ਹੁਕਮ ਮੰਨਣਾ ਹੈ, ਹੁਕਮ ਮੰਨਣਾ ਹੈ। ਮਠਿਆਈ ਗਿਰਦੀ ਹੈ ਨਹੀਂ ਗਿਰਦੀ, ਉਹਦੇ ਨਾਲ ਤਾਲੁਕਾਤ ਨਹੀਂ, ਮੈਨੂੰ ਹੁਕਮ ਮੰਨਣਾ ਹੈ, ਹੁਕਮ, ਹੁਕਮ।
ਜਿਸਨੇ ਹੁਕਮ ਮੰਨ ਲਿਆ ਉਹ ਪ੍ਰਵਾਨ ਹੋ ਗਿਆ। ਸਾਹਿਬ ਜੀ ਕਹਿੰਦੇ ਨੇ ਹੁਕਮ ਮੰਨਿਐ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਈ ਸੀ। ਤੋ ਉਹਦਾ ਹੁਕਮ ਮੰਨ, ਸਲਾਮ ਤੇ ਜਵਾਬ ਨਹੀਂ ਕਰਨੇ ਤੋ ਸਲਾਮ ਹੀ ਕਰ, ਸਲਾਮ ਹੀ ਕਰ। ਸਾਹਿਬ ਜੀ ਕਹਿੰਦੇ ਨੇ ਜਿਹੜਾ ਮਨੁੱਖ ਸਲਾਮ ਵੀ ਕਰਦਾ ਹੈ, ਜਵਾਬ ਵੀ ਕਰਦਾ ਹੈ, ਮੁੱਢੋਂ ਗੁੱਥਾ ਜਾਏ, ਨਾਨਕ ਦੋਵੇਂ ਕੂੜੀਆਂ ਥਾਏ ਨ ਕਾਈ ਪਾਏ। ਪੌੜੀ ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਜਿਤ ਕੀਤਾ ਪਾਈਏ ਆਪਣਾ, ਸੰਘਾਲ ਬੁਰੀ ਕਿਉਂ ਘਾਲੀਐ। ਮੰਦਾ ਮੂਲ ਨਾ ਕੀਚਈ, ਦੇ ਲੰਮੀ ਨਦਰ ਨਿਹਾਲੀਐ। ਜਿਉ ਸਾਹਿਬ ਨਾਲ ਨ ਹਾਰੀਐ, ਤੇ ਵੇਹਾ ਪਾਸਾ ਢਾਲੀਐ। ਕਿਛ ਲਾਹੇ ਉਪਰ ਘਾਲੀਐ, ਕਿਛ ਲਾਹੇ ਉਪਰ ਘਾਲੀਐ। ਸਾਹਿਬ ਜੀ ਕਹਿੰਦੇ ਨੇ ਇੱਕ ਸੇਵਾ ਐਸੇ ਮਨੁੱਖ ਦੀ ਹੈ ਕਿ ਥੋੜ੍ਹੀ ਦੇਰ ਲਈ ਸੁੱਖ ਮਿਲਦਾ ਹੈ, ਉਸ ਤੋਂ ਬਾਅਦ ਦੁੱਖ ਹੀ ਦੁੱਖ, ਦੁੱਖ ਹੀ ਦੁੱਖ। ਔਰ ਦੂਜੀ ਸੇਵਾ ਨਿਰੰਕਾਰ ਦੀ, ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਕਿ ਜਿਸ ਦੀ ਸੇਵਾ ਦੇ ਨਾਲ ਇੱਕ ਦਿਨ ਦਾ ਸੁੱਖ ਨਹੀਂ, ਲੋਕ ਪਰਲੋਕ ਦਾ ਸੁੱਖ ਹੈ, ਲੋਕ ਪਰਲੋਕ। ਤੇ ਐਸੇ ਪ੍ਰਭੂ ਨੂੰ ਸਦਾ ਹੀ ਗਾ, ਸਦਾ ਸਦਾ। ਜਿਤ ਸੇਵੀਐ ਸੁਖ ਪਾਈਐ, ਸੋ ਸਾਹਿਬ ਸਦਾ ਸੰਭਾਲੀਐ। ਪਰ ਇੱਕ ਗੱਲ ਦਾ ਖਿਆਲ ਰੱਖਣਾ, ਸਾਹਿਬ ਜੀ ਕਹਿੰਦੇ ਨੇ ਜਿਤ ਕੀਤਾ ਪਾਈਏ ਆਪਣਾ, ਸਾਘਾਲ ਬੁਰੀ ਕਿਉਂ ਘਾਲੀਐ, ਕਿਉਂ ਘਾਲੀ। ਜਿਤ ਕੀਤਾ ਪਾਈਏ ਆਪਣਾ, ਕਿ ਤੈਨੂੰ ਤੇਰਾ ਹੀ ਕੀਤਾ ਹੋਇਆ ਪ੍ਰਾਪਤ ਹੋਵੇਗਾ, ਤੇਰਾ ਹੀ। ਜਦੋਂ ਤੈਨੂੰ ਤੇਰਾ ਹੀ ਕੀਤਾ ਪ੍ਰਾਪਤ ਹੋਵੇਗਾ ਤਾਂ ਫਿਰ ਘਾਲ ਬੁਰੀ ਕਿਉਂ ਘਾਲੀ ਹੈ, ਕਿਉਂ ਘਾਲੀ ਹੈ। ਮੈਂ ਇੱਥੇ ਅਰਜ਼ ਕਰ ਦਵਾਂ, ਦੋ ਕਿਸਮ ਦੇ ਲੋਕ ਨੇ। ਇੱਕ ਮਨੁੱਖ ਐਸਾ ਜਿਹੜਾ ਬੀਜ ਤਾਂ ਬੀਜਦਾ ਹੈ ਪਰ ਫਲ ਭੁੱਲ ਜਾਂਦਾ ਹੈ, ਫਲ ਕਿ ਇਸ ਦਾ ਫਲ ਕੈਸਾ ਹੋਵੇਗਾ ਉਹ ਭੁੱਲ ਜਾਂਦਾ ਹੈ। ਜਾਂ ਇਸ ਨੂੰ ਇਸ ਤਰ੍ਹਾਂ ਵੀ ਕਹਿ ਸਕਦੇ ਹੋ, ਬੀਜ ਬੀਜਿਆ ਹੈ ਕਿੱਕਰ ਦਾ, ਤੇ ਲੋੜਦਾ ਹੈ ਦਾਖ ਬਿਜੋਰੀਆਂ, ਦਾਖ। ਪਰ ਕਿਤਨੇ ਹੀ ਲੋਕ ਐਸੇ ਨੇ ਜਿਹੜੇ ਬੀਜ ਬੀਜਣ ਤੋਂ ਪਹਿਲਾਂ ਫਲ ਦੇਖਦੇ ਨੇ, ਫਲ ਕੈਸਾ ਹੋਵੇਗਾ, ਫਲ ਕੈਸਾ ਹੋਵੇਗਾ। ਸਾਹਿਬ ਜੀ ਕਹਿੰਦੇ ਨੇ ਜਿਤ ਕੀਤਾ ਪਾਈਏ ਆਪਣਾ, ਸਾਘਾਲ ਬੁਰੀ ਕਿਉਂ ਘਾਲੀ ਹੈ। ਜੇਕਰ ਮੈਨੂੰ ਮੇਰਾ ਹੀ ਕੀਤਾ ਪ੍ਰਾਪਤ ਹੋਵੇਗਾ ਤੇ ਫਿਰ ਮੰਦਾ ਕੰਮ ਮੈਂ ਕਿਉਂ ਕਰਾਂ। ਜੇ ਮੇਰਾ ਹੀ ਕੀਤਾ ਮਿਲੇਗਾ ਤੇ ਫਿਰ ਮੰਦੇ ਅਮਲ ਕਿਉਂ ਕਰੀਏ, ਕਿਉਂ ਕਰੀਏ। ਸਾਹਿਬ ਜੀ ਕਹਿੰਦੇ ਨੇ ਜਿਤ ਕੀਤਾ ਪਾਈਏ ਆਪਣਾ, ਸਾਘਾਲ ਬੁਰੀ ਕਿਉਂ ਘਾਲੀ ਹੈ। ਮੰਦਾ ਮੂਲ ਨ ਕੀਚਈ, ਦੇ ਲੰਮੀ ਨਦਰ ਨਿਹਾਲੀ ਹੈ। ਕਹਿੰਦੇ ਨੇ ਮੰਦਾ ਮੂਲ ਨਾ ਕੀਚਈ, ਮੂਲ ਕਹਿੰਦੇ ਨੇ ਬਿਲਕੁਲ ਹੀ ਨਹੀਂ, ਮੰਦਾ ਸੋਚਣਾ ਵੀ ਨਹੀਂ। ਮੰਦੀ ਖੇਡ ਖੇਡਣੀ ਤਾਂ ਦੂਰ ਦੀ ਗੱਲ ਹੈ, ਮੰਦਾ ਸੋਚਣਾ ਵੀ ਨਹੀਂ, ਸੋਚਣਾ ਵੀ ਨਹੀਂ। ਦੇ ਲੰਮੀ ਨਦਰ ਨਿਹਾਲੀ ਹੈ, ਕਹਿੰਦੇ ਨੇ ਮੰਦੇ ਅਮਲ ਕਰਨ ਤੋਂ ਪਹਿਲਾਂ ਸੋਚ ਲੈਣਾ, ਲੰਮੀ ਨਦਰ ਸੋਚ ਲੈਣਾ ਕਿ ਇਹਦਾ ਫਲ ਕੈਸਾ ਹੋਵੇਗਾ। ਜਿਹੜਾ ਮੈਂ ਬੀਜ ਅੱਜ ਬੀਜ ਰਿਹਾ ਇਹਦਾ ਫਲ ਕੈਸਾ ਹੋਵੇਗਾ, ਇਹ ਸੋਚ ਲੈਣਾ। ਇਸ ਨੂੰ ਕਹਿੰਦੇ ਨੇ ਲੰਮੀ ਨਦਰ ਨਿਹਾਲੀ ਹੈ। ਬੀਜ ਬਾਅਦ ਵਿੱਚ ਬੀਜਣਾ, ਫਲ ਪਹਿਲਾਂ ਦੇਖ ਲੈਣਾ, ਫਲ ਕੈਸਾ ਮਿਲੇਗਾ। ਜੇਕਰ ਕੋਈ ਅੱਗ ਦੇ ਵਿੱਚ ਹੱਥ ਪਾ ਰਿਹਾ ਹੈ, ਪਹਿਲਾਂ ਸੋਚ ਲੈਣਾ ਚਾਹੀਦਾ ਹੈ ਕਿ ਇਹਦਾ ਫਲ ਕੀ ਮਿਲੇਗਾ, ਕੀ ਮਿਲੇਗਾ। ਮੈਂ ਕਰ ਕੋਈ ਗੁਨਾਹ ਪਈ ਕਰਦਾ, ਸਾਹਿਬ ਨਾਲ ਨਹਾਰੀ ਹੈ, ਤੇ ਵੇਹਾ ਪਾਸਾ ਢਾਲੀ ਹੈ, ਤੇ ਵੇਹਾ ਪਾਸਾ। ਖੇਡ ਉਹ ਖੇਡਣੀ ਹੈ ਜਿਹਦੇ ਨਾਲ ਪ੍ਰਭੂ ਦੇ ਦਰ 'ਤੇ ਤੈਨੂੰ ਹਾਰ ਨਾ ਖਾਣੀ ਪਵੇ, ਹਾਰ। ਜੇਕਰ ਜੀਵਨ ਦੀ ਬਾਜੀ ਤੂੰ ਹਾਰ ਗਿਆ, ਫਿਰ ਜਨਮ ਹੋਵੇਗਾ, ਫਿਰ ਜਨਮ ਹੋਵੇਗਾ, ਫਿਰ ਜਨਮ ਹੋਵੇਗਾ। ਹੁਣ ਮਨੁੱਖ ਜੀਵਨ ਦੀ ਬਾਜੀ ਕਿਉਂ ਹਾਰਦਾ ਹੈ? ਕਿਉਂਕਿ ਕਰਮ ਗਲਤ ਕੀਤੇ ਨੇ, ਮੰਦੇ ਅਮਲ ਕੀਤੇ ਨੇ, ਮੰਦੇ ਅਮਲ। ਕਹਿੰਦੇ ਨੇ ਕਿ ਇੱਕ ਦਰਵੇਸ਼ ਦੇ ਕੋਲ ਕੋਈ ਮਨੁੱਖ ਜਾਂਦਾ ਹੈ ਔਰ ਕਹਿੰਦਾ ਹੈ, ਮਹਾਰਾਜ ਮੇਰੇ ਜੀਵਨ ਵਿੱਚ ਬਹੁਤ ਸਾਰੇ ਦੁੱਖ ਨੇ, ਬਹੁਤ ਸਾਰੇ ਦੁੱਖ ਨੇ। ਤੇ ਦਰਵੇਸ਼ ਕਹਿੰਦਾ ਹੈ ਕਿ ਤੇਰੇ ਜੀਵਨ ਵਿੱਚ ਜਿਹੜੇ ਦੁੱਖ ਨੇ ਉਹ ਬੀਜ ਆਪ ਜੀ ਨੇ ਬੀਜਿਆ ਹੈ, ਉਹ ਤੈਨੂੰ ਭੋਗਣਾ ਪਏਗਾ। ਮੈਂ ਕੁਝ ਨਹੀਂ ਕਰ ਸਕਦਾ, ਕੁਝ ਵੀ ਨਹੀਂ। ਜੋ ਬੀਜਿਆ ਉਹ ਖਾਣਾ ਪਏਗਾ, ਖਾਣਾ ਪਏਗਾ।
कितनी दफ़ा मनुख सोचता है मैं कोई गुनाह नहीं किया, मैं कोई पाप नहीं किया, पर फिर भी दुख क्यों आ गए, क्यों आ गए? क्योंकि असीं कितने ही जन्मां तो बीज बीजते आ रहे हैं, कर्म करते आ रहे हैं, कितने ही जन्मां तो ते वो बीज कोई बहुत छेती फुलदा है ते किसी विच थोड़ा समा लगता है ते किसी दे विच जन्म भी लग जाते हैं। वो बीज सानू भोगना पैंदा है। ते वो दरवेश कहता है जिहड़ा बीज तू बीजिया है वो तैनू खाना पेगा, पर मैं एक काम कर सकदा, एक काम। ते मनुख कहता है महाराज बोलो किहड़ा काम? दरवेश कहता है अगे वास्ते मैं तैनू सिक्ख्या दे सकदा कि मंदे अमल नहीं करने, मैं इतनी सिक्ख्या तैनू दे सकदा, उपदेश कर सकदा। और धन गुरु नानक साहिब दे बोल ने मंदा मूल न कीचाई दे लम्मी नदर निहाली है, ज्यों साहिब नाल नहारी है ते वेहा पासा ढाली है। किछ लाहे ऊपर घाली है, किछ लाहे ऊपर घाली है। मनुख सारा जीवन मेहनत करता है परिवार लई, मनुख 24 घंटे धन कमाउंदा है परिवार लई, मित्रां लई, पर कहंदे ने कि जदों एक घंटा भी परमात्मा दे नाम ते देना होवे बड़ा औखा हो जाता है, बड़ा औखा। धन कमाना होवे 24 घंटे बिता सकता है, धर्म कमाना होवे एक घंटा भी औखा। पदार्थ इकट्ठे करने होण 24 घंटे ते जे परमात्मा दे नाल प्रीत करनी होवे एक घंटा भी औखा है, एक घंटा भी औखा है। जेकर अपना करना है तो फिर धन नूं नहीं, किते ऐसा ना होवे एक पासे संसार पे खिंचदा है, दूजे पासे प्रभु खिंच रहा है, ये प्रेम दोवें पासे हो गया, वो अधूरा है, वो अधूरा है। साहिब जी नूं कहना पिया एहे किने ही आशिकी दूजे लगे जाए। बस इतनी गल चेते रखनी, भुल्लां चुक्कां दी खिमा। वाहिगुरू जी का